नमस्कार जी, सत श्री अकाल। मैं मनीष स्टडी बर्ड इमिग्रेशन तो काफ़ी बच्चे इस टाइम ਤੇ USA ਅਪਲਾਈ ਕਰ ਰਹੇ ਨੇ ਤੇ ਜ਼ਿਆਦਾ ਕਲੈਰਿਟੀ ਕੰਸਲਟੈਂਟਸ ਨੂੰ ਵੀ ਨਹੀਂ ਹੈਗੀ ਤੇ ਸਟੂਡੈਂਟਸ ਨੂੰ ਵੀ ਨਹੀਂ ਹੈਗੀ ਇਸ ਚੀਜ਼ ਦੀ ਵੀ ਐਗਜ਼ੈਕਟ ਕੀ ਕੁਐਸਚਨ ਪੁੱਛੇ ਜਾਂਦੇ ਨੇ USA ਸਟੂਡੈਂਟ ਵੀਜ਼ਾ ਦੀ ਇੰਟਰਵਿਊ ਵੇਲੇ ਤੇ ਕਿਹੜੀ ਚੀਜ਼ਾਂ ਦਾ ਬੱਚਿਆਂ ਨੂੰ ਧਿਆਨ ਦੇਣ ਦੀ ਲੋੜ ਹੈਗੀ ਹੈ ਤੇ ਕਿਹੜੀ ਚੀਜ਼ਾਂ ਦੇ ਵਿੱਚ ਬੱਚਾ ਵੀ ਬਹੁਤ ਧਿਆਨ ਰੱਖੇ ਵੀ ਤੇ ਧਿਆਨ ਦੇਵੇ ਵੀ ਅਗਰ ਉਹ ਚੀਜ਼ਾਂ ਤੁਸੀਂ ਬਰੀਕੀ ਵਿੱਚ ਤੇ ਥੋੜ੍ਹਾ ਧਿਆਨ ਦੇ ਕੇ ਚੱਲੋਗੇ ਤੇ ਤੁਹਾਡਾ ਵੀਜ਼ਾ ਜਿਹੜਾ ਸਕਸੈਸ ਰੇਟ ਹੈ USA ਦਾ ਬਹੁਤ ਵਧੀਆ ਹੋ ਸਕਦਾ। ਤੇ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਜੀ ਵੀ ਸਟਾਰਟ ਜਿਹੜਾ ਹੈਗਾ ਜਾਂ ਤੁਸੀਂ ਇੰਟਰਵਿਊ ਦੀ ਡੇਟ ਲੈਣੀ ਹੋ DS 160 ਫਾਰਮ ਹੁੰਦਾ ਇੱਕ, ਉਹ ਭਰਿਆ ਜਾਂਦਾ ਇਹਦੇ ਵਿੱਚ ਤੇ ਉਹਦੇ ਵਿੱਚ ਤੁਸੀਂ ਆਪਦੀ ਨਾ ਡਿਟੇਲ ਜਿਹੜੀ ਹੈਗੀ ਹੈ ਵੀ ਬਹੁਤ ਧਿਆਨ ਨਾਲ ਬਹੁਤ ਬਰੀਕੀ ਨਾਲ ਤੇ ਬਿਲਕੁਲ ਕਲੀਅਰ ਜਿਹੜੀ ਹੈਗੀ ਹੈ ਤੁਹਾਡੀ ਭਰੀ ਹੋਣੀ ਚਾਹੀਦੀ ਹੈ ਵੀ ਸਾਰੀ ਇਨਫੋਰਮੇਸ਼ਨ ਨਾ ਮਤਲਬ ਵੀ ਤੁਹਾਡੇ ਮਕਸਦ ਇਹ ਹੈ ਵੀ ਜਿਹੜੇ ਪੇਰੈਂਟਸ ਦਾ ਨਾਮ ਆ ਗਿਆ ਤੁਹਾਡਾ ਐਡਰੈਸ ਫ਼ੋਨ ਨੰਬਰ ਈਮੇਲ ID ਹਰ ਚੀਜ਼ ਪ੍ਰੋਪਰ ਭਰੀ ਹੋਵੇ ਵੀ ਤਾਂ ਕਿ ਤੁਹਾਨੂੰ ਇਹ ਨਹੀਂ ਹੈਗਾ ਵੀ ਕੋਈ ਇਨਫੋਰਮੇਸ਼ਨ ਮਿਸਮੈਚ ਕਰ ਜੇ ਤੁਹਾਨੂੰ ਵੀਜ਼ਾ ਆਫਸਰ ਕੁਝ ਪੁੱਛਦਾ ਤੁਹਾਨੂੰ ਐਡਰੈਸ ਪੁੱਛਦਾ ਜਾਂ ਫ਼ੋਨ ਨੰਬਰ ਪੁੱਛਦਾ ਜਾਂ ਕੋਈ ਵੀ ਗੱਲ ਪੁੱਛਦੀ ਵੀ ਤੁਹਾਡਾ ਉਹ ਮਿਸਮੈਚ ਕਰ ਜੇ ਕਿਉਂਕਿ ਕੰਸਲਟੈਂਟ ਜ਼ਰੂਰ DS 160 ਫਾਰਮ ਤੁਹਾਡੇ ਵਾਸਤੇ ਭਰੇਗਾ ਬਟ ਫਿਰ ਵੀ ਤੁਹਾਨੂੰ ਜ਼ਰੂਰੀ ਹੈ ਵੀ ਜਦੋਂ ਇੱਕ ਫਾਰਮ ਸਬਮਿਟ ਹੋਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਜ਼ਰੂਰ ਉਹਨੂੰ ਚੈੱਕ ਕਰੋ ਤਾਂ ਕਿ ਕੋਈ ਵੀ ਇਨਫੋਰਮੇਸ਼ਨ ਗਲਤ ਨਾ ਹੋਵੇ, ਕੋਈ ਨਾਮ ਦੇ ਵਿੱਚ ਸਪੈਲਿੰਗ ਮਿਸਟੇਕ ਨਾ ਹੋਵੇ, ਕੋਈ ਡੇਟ ਆਫ ਬਰਥ ਜਾਂ ਕਿਸੇ ਚੀਜ਼ 'ਚ ਮਿਸਟੇਕ ਨਾ ਹੋਵੇ ਤੇ ਜਿਹੜੀ ਇਨਫੋਰਮੇਸ਼ਨ ਹੈ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਸੈਕਿੰਡ ਗੱਲ ਆ ਜਾਂਦੀ ਹੈ ਜੀ ਫਿਰ ਵੀ ਜਦ ਤੁਸੀਂ ਉੱਥੇ ਜਾਂਦੇ ਹੋ ਵੀ ਤੁਹਾਨੂੰ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਹੋਣਾ ਚਾਹੀਦਾ ਹੈ ਵੀ ਉੱਥੇ ਦੇਖੋ ਜ਼ਿਆਦਾਤਰ ਬੱਚੇ ਜਿਵੇਂ ਹੁੰਦੇ ਨੇ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਫਾਰਮਲ ਕੱਪੜੇ ਪਾ ਕੇ ਜਾਵਾਂਗੇ ਵਧੀਆ ਜੇ ਆਪਾਂ ਜਿਵੇਂ ਤਿਆਰ ਹੋ ਗਏ ਜਿਵੇਂ ਆਪਾਂ ਵੀ ਵਿਆਹਾਂ 'ਚ ਤਿਆਰ ਹੋ ਕੇ ਜਾਂਦੇ ਨੇ ਮੁੰਡੇ ਕੁੜੀਆਂ ਜਿਵੇਂ ਉਸ ਤਰੀਕੇ ਨਾਲ ਆਪਾਂ ਜਾਵਾਂਗੇ ਜੀ ਬਹੁਤ ਵਧੀਆ ਤਿਆਰ ਹੋ ਗਏ ਤਾਂ ਉਹਦੇ ਨਾਲ ਕੋਈ ਇਫੈਕਟ ਪਏਗਾ। ਜਿਵੇਂ ਮੁੰਡੇ ਫੋਰ ਐਗਜ਼ਾਮਪਲ ਸੋਚਣ ਵੀ ਅਸੀਂ ਕੋਟ ਪੈਂਟ ਪਾ ਕੇ ਟਾਈ ਲਾ ਕੇ ਜਾਈਏ ਜਾਂ ਫਿਰ ਕੁੜੀਆਂ ਵੀ ਸੋਚਣ ਵੀ ਚਲੋ ਜੀ ਫਾਰਮਲ ਪੈਂਟ ਸ਼ਰਟ ਅਸੀਂ ਪਾ ਕੇ ਕੋਟ ਪਾ ਕੇ ਜਾਈਏ ਜਾਂ ਉਸ ਤਰੀਕੇ ਨਾਲ ਅਸੀਂ ਬਣ ਕੇ ਜਾਈਏ ਤਿਆਰ ਹੋ ਕੇ ਜਾਈਏ ਵੀ ਸਾਨੂੰ ਬੜਾ ਇਫੈਕਟ ਮਿਲੇਗਾ ਬੜਾ ਵਧੀਆ ਲੱਗੇਗਾ। ਦੇਖੋ ਐਸਾ ਨਹੀਂ ਹੈਗਾ ਵੀ ਤੁਹਾਨੂੰ ਇੱਕ ਸਟੂਡੈਂਟ ਦੀ ਲੁੱਕ ਦੇਣੀ ਹੈ ਉੱਥੇ। ਪਹਿਲੀ ਗੱਲ ਤਾਂ ਵੀ ਤੁਸੀਂ ਜਿਵੇਂ ਟੀ-ਸ਼ਰਟ ਤੇ ਜੀਨਸ ਵਿੱਚ ਜਾ ਸਕਦੇ ਹੋ, ਤੁਸੀਂ ਵੀ ਆਪਦਾ ਹਾਈਜੀਨ ਵਧੀਆ ਰੱਖੋ, ਪ੍ਰੋਪਰ ਆਪਦੇ ਬਾਲ ਕੋਮ ਕਰਕੇ ਰੱਖੋ, ਕਟਿੰਗ ਵਗੈਰਾ ਤੁਹਾਡੀ ਸਹੀ ਹੋਵੇ, ਸ਼ੂਜ਼ ਪੋਲਿਸ਼ਡ ਹੋਣ, ਤੁਸੀਂ ਕੋਈ ਵਾਚ ਵਗੈਰਾ ਪਾਈ ਹੋਏ ਕੁਛ ਵੀ ਯਾਨੀ ਕਿ ਥੋੜ੍ਹਾ ਜਿਹਾ ਸਿੰਪਲ ਆਪਦੀ ਲੁੱਕ ਤੁਸੀਂ ਇਹ ਦੇਖਣੀ ਹੈ ਵੀ ਇੱਕ ਯੰਗ ਸਟੂਡੈਂਟ ਟਾਈਪ ਦੀ ਲੁੱਕ ਹੋਣੀ ਚਾਹੀਦੀ ਹੈ ਵੀ ਇਹ ਨਹੀਂ ਹੈਗਾ ਵੀ ਤੁਸੀਂ ਜਿਵੇਂ ਮੁੰਡੇ ਹੁੰਦੇ ਨੇ ਵਧੀਆ ਬੋਡੀ ਬਣੀ ਹੁੰਦੀ ਹੈ ਵੀ ਟਾਈਟ ਟੀ-ਸ਼ਰਟਾਂ ਪਾ ਕੇ ਜਾ ਰਹੇ ਆ ਜੀ ਤੇ ਗੱਲ 'ਚ ਜਿਵੇਂ ਚੇਨ ਪਾ ਲਈ ਜੀ ਹੋਰ ਘੜੀਆਂ ਅਜੀਬ ਜਿਹੀਆਂ ਪਾ ਲਈਆਂ ਜਾਂ ਕੈਪ ਜੀ ਪਾ ਕੇ ਅਜੀਬ ਜਿਹੇ ਪਾ ਕੇ ਜਾ ਰਿਹਾ ਹੈ। ਜੀਨਸ ਜਿਵੇਂ ਹੈਗੀ ਹੈ ਜਿਵੇਂ ਸਟ੍ਰੈਸ ਜੀਨਸ ਹੁੰਦੀਆਂ ਜਿਵੇਂ ਅੱਜ ਕੱਲ੍ਹ ਜਿਵੇਂ ਕਹਿੰਦੇ ਨੇ ਵੀ ਬਹੁਤ ਅਜੀਬ ਜਿਹੀਆਂ ਲੱਗਦੀਆਂ ਜਾਂ ਫਿਰ ਜੁੱਤੇ ਵੀ ਜਿਵੇਂ ਪੋਲਿਸ਼ ਨਹੀਂ ਹੁੰਦੇ ਜਾਂ ਫਿਰ ਗੰਦੇ ਹੁੰਦੇ ਨੇ ਵੀ ਇਸ ਟਾਈਪ ਦੀ ਚੀਜ਼ਾਂ ਅਵੋਇਡ ਕਰਨੀਆਂ ਸਾਨੂੰ ਜ਼ਰੂਰੀ ਹੈ ਵੀ ਸਿੰਪਲ ਕੱਪੜੇ ਪਾ ਕੇ ਜਾਓ, ਸੋਬਰ ਜਿਹੇ ਕੱਪੜੇ ਤੇ ਫੀਲ ਹੋਏ ਉਹਨਾਂ ਨੂੰ ਵੀ ਹਾਂ ਵੀ ਤੁਸੀਂ ਇੱਕ ਸਟੂਡੈਂਟ ਹੈਗੇ ਹੋ ਵੀ ਪ੍ਰੋਪਰ ਹਾਈਜੀਨਿਕਲੀ ਸਹੀ ਹੋਣੇ ਚਾਹੀਦੇ। ਤੁਹਾਡਾ ਵੀ ਆਊਟਲੁੱਕ ਤੁਹਾਡੀ ਸਟੂਡੈਂਟ ਵਰਗੀ ਹੋਵੇ। ਜਿਵੇਂ ਕੁੜੀਆਂ ਹੈਗੀਆਂ ਸਿੰਪਲ ਜੀਨਸ ਪਾ ਕੇ ਜਾ ਰਹੀਆਂ ਜਾਂ ਫਿਰ ਕੋਈ ਟਰਾਊਜ਼ਰ ਪਾ ਦਿੰਦੇ ਹੋ ਤੁਸੀਂ ਟੀ-ਸ਼ਰਟ ਪਾ ਕੇ ਜਾਂਦੇ ਹੋ, ਤੁਸੀਂ ਕੋਈ ਸਕਾਰਫ ਲਿਆ ਦਿੰਦੇ ਹੋ, ਤੁਸੀਂ ਕੋਈ ਦਿੱਕਤ ਨਹੀਂ ਹੈਗੀ ਜੀ। ਬਹੁਤ ਬਾਅਦ ਆਪਦੇ ਕੌਮ ਕਰਕੇ ਜਾਓ, ਰੀਜ਼ਨੇਬਲ ਜਿਹਾ ਮੇਕਅਪ ਕਰਕੇ ਜਾਓ ਤੇ ਤੁਸੀਂ ਵਾਚ ਪਾਓ, ਕੋਈ ਹਲਕੀ ਜੁਐਲਰੀ ਤੁਸੀਂ ਪਾਉਂਦੇ ਹੋ, ਕੋਈ ਦਿੱਕਤ ਨਹੀਂ। ਸ਼ੂਜ਼ ਵਗੈਰਾ ਤੁਹਾਡੇ ਹੈਗੇ ਨੇ ਤੁਹਾਡੇ ਕਲੀਨ ਹੋਣੇ ਚਾਹੀਦੇ ਨੇ ਤੇ ਸਪੋਰਟ ਸ਼ੂਜ਼ ਵੀ ਪਾਉਂਦੇ ਹੋ ਉਹ ਵੀ ਤੁਸੀਂ ਜਿਹੜੇ ਹੈਗੇ ਨੇ ਵੀ ਸਾਫ਼ ਸੁਥਰੇ ਤੁਹਾਡੇ ਕਲੀਨ ਪਾ ਕੇ ਜਾਓ ਵੀ ਹਾਈਜੀਨਿਕਲੀ ਤੁਸੀਂ ਸਾਫ਼ ਸੁਥਰੇ ਲੱਗਣੇ ਚਾਹੀਦੇ। ਸਭ ਤੋਂ ਪਹਿਲਾਂ ਵੀ ਉਹਨਾਂ ਨੂੰ ਦੇਖੋ ਹਰ ਕਿਸੇ ਨੂੰ ਜਿਵੇਂ ਤੁਸੀਂ ਇੰਟਰਵਿਊ ਹੈ ਜਿਵੇਂ ਇੱਕ ਜੋਬ ਇੰਟਰਵਿਊ ਲਗਾ ਦਿਓ ਜਾਂ ਫਿਰ ਕੋਈ ਜਿਵੇਂ ਐਮਬੈਸੀ ਇੰਟਰਵਿਊ ਲਗਾ ਦਿਓ ਇਹਦੇ ਵਿੱਚ ਹਾਈਜੀਨ ਇੱਕ ਇੰਪੋਰਟੈਂਟ ਕਰਦੀ ਹੈ। ਤੁਸੀਂ ਹਲਕਾ ਪਰਫਿਊਮ ਲਗਾ ਕੇ ਜਾਂਦੇ ਹੋ ਵੀ ਅੱਛੀ ਗੱਲ ਹੈ ਤੇ ਨਾਲ ਵੀ ਕੱਪੜੇ ਤੁਹਾਡੇ ਸਟੂਡੈਂਟ ਵਰਗੇ ਹੋਣੇ ਚਾਹੀਦੇ ਵੀ ਆਮ ਤੌਰ 'ਤੇ ਜਿਹੜੇ ਸਟੂਡੈਂਟਸ ਪਾਉਂਦੇ ਨੇ ਇਹ ਨਹੀਂ ਹੈਗਾ ਵੀ ਤੁਸੀਂ ਆਊਟ ਆਫ ਦਾ ਵੇ ਜਾ ਕੇ ਵੀ ਆਪਦੀ ਡਰੈਸਿੰਗ ਕਰਕੇ ਜਾਓ ਉੱਥੇ। ਫਿਰ ਆ ਜਾਂਦੀ ਹੈ ਗੱਲ ਜੀ ਤੁਹਾਨੂੰ ਉੱਥੇ ਜਦ ਤੁਹਾਡਾ ਨੰਬਰ ਆਉਂਦਾ ਤੁਹਾਡਾ ਕਿਊਪਨ 'ਤੇ ਤੁਹਾਡਾ ਅੱਗੇ ਬੋਲਿਆ ਜਾਏਗਾ ਵੀ ਇਸ ਨੰਬਰ 'ਤੇ ਤੁਸੀਂ ਜਾਣਾ ਅੱਗੇ ਤੁਹਾਨੂੰ ਵਿੰਡੋ ਨੰਬਰ ਦੇ ਦਿੱਤੀ ਜਾਏਗੀ। ਵਿੰਡੋ ਨੰਬਰ 'ਤੇ ਤੁਸੀਂ ਜਦ ਜਾਂਦੇ ਹੋ ਵੀ ਉੱਥੇ ਜਾ ਕੇ ਤੁਸੀਂ ਜਿਵੇਂ ਉਹਨਾਂ ਨੇ ਤੁਹਾਨੂੰ ਪੁੱਛਣਾ ਹੈ ਵਾਟਸ ਯੋਰ ਨੇਮ ਵੀ ਤੁਸੀਂ ਆਪਦੀ ਇੰਟਰੋਡਕਸ਼ਨ ਦਿਓ ਥੋੜ੍ਹੀ ਜਿਹੀ ਵੀ ਮੇਰਾ ਨਾਮ ਇਹ ਹੈ ਲਾਈਕ ਆਈਮ ਵੀ ਕਿੰਨੇ ਸਾਲ ਦੇ ਹੋ ਤੁਸੀਂ ਤੇ ਕੀ ਐਜੂਕੇਸ਼ਨ ਹੈ ਤੁਹਾਡੀ, ਥੋੜ੍ਹੀ ਜਿਹੀ ਬਰੀਫ ਇੰਟਰੋਡਕਸ਼ਨ ਦਿਓ ਵੀ ਕਰੰਟਲੀ ਤੁਸੀਂ ਕੀ ਕਰ ਰਹੇ ਹੋ। ਠੀਕ ਹੈ ਨਾ, ਇਹ ਤੁਹਾਡਾ ਕੁਐਸਚਨ ਦਾ ਆਦਾਨ ਪ੍ਰਦਾਨ ਹੋਏਗਾ। ਤੁਹਾਨੂੰ ਵੀਜ਼ਾ ਅਫਸਰ ਪੁੱਛੇਗਾ ਵਾਟਸ ਯੋਰ ਫੈਮਿਲੀ 'ਚ ਕੀ ਕਰਦੇ ਨੇ ਤੁਸੀਂ ਆਪਣੀ ਪੜ੍ਹਾਈ ਜਿਹੜੀ ਹੈਗੀ ਹੈ ਤੁਹਾਡੀ ਲਾਸਟ ਐਜੂਕੇਸ਼ਨ ਕੀ ਹੈ ਤੁਹਾਡੀ, ਤੁਸੀਂ ਅਗਰ ਜੋਬ ਕਰਦੇ ਹੋ ਤਾਂ ਤੁਹਾਡੀ ਜੋਬ ਬਾਰੇ ਪੁੱਛਿਆ ਜਾਏਗਾ। ਇਹ ਸਾਰੀ ਵੈਸੇ ਇਨਫੋਰਮੇਸ਼ਨ ਉਹਨਾਂ ਕੋਲ DS 160 ਫਾਰਮ ਦੇ ਹਿਸਾਬ ਨਾਲ ਉਹਨਾਂ ਕੋਲ ਹਰ ਚੀਜ਼ ਦੀ ਇਨਫੋਰਮੇਸ਼ਨ ਹੁੰਦੀ ਹੈ। ਫਾਈਨੈਂਸ਼ੀਅਲ ਇਨਫੋਰਮੇਸ਼ਨ ਵੀ ਹੁੰਦੀ ਹੈ ਜੋ ਤੁਸੀਂ ਐਪਲੀਕੇਸ਼ਨ ਯੂਨੀਵਰਸਿਟੀ ਨੂੰ ਭੇਜਦੇ ਹੋ ਅਤੇ ਉਹਦੇ 'ਚ ਫੰਡਿੰਗ ਵੀ ਜਾਂਦੀ ਹੈ ਅਤੇ I-20 ਜਿਹੜਾ ਇਸ਼ੂ ਹੁੰਦਾ ਉਹਦੇ ਵਿੱਚ ਸਾਰੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਆ ਜਾਂਦੀ ਹੈ ਅਤੇ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਐਮਬੈਸੀ ਦੇ ਕੋਲ DS 160 ਫਾਰਮ ਦੇ ਥਰੂ ਸਰਵਿਸ ਦੇ ਥਰੂ ਅਤੇ I-20 ਦੇ ਥਰੂ ਹਰ ਚੀਜ਼ ਦੀ ਇਨਫੋਰਮੇਸ਼ਨ ਉਹਨਾਂ ਕੋਲ ਤੁਹਾਡੀ ਹੁੰਦੀ ਹੈ ਅਤੇ ਉਹ ਕ੍ਰੋਸ ਕੁਐਸਚਨਿੰਗ ਕਰ
ਦਿੰਦੇ ਉਸ ਚੀਜ਼ ਦੀ ਵੀ। ਅਗਰ ਤੁਹਾਡੇ ਫਾਈਨੈਂਸ਼ੀਅਲ ਵੀ ਪੁੱਛੇ ਜਾ ਸਕਦੇ ਨੇ ਵੀ ਵੇਰ ਲਾਈਕ ਫਾਈਨੈਂਸ਼ੀਅਲ ਡਾਕੂਮੈਂਟਸ ਤੁਸੀਂ ਦਿਖਾਓ ਵੀ ਤੁਹਾਨੂੰ ਦਿਖਾਣੇ ਪੈ ਸਕਦੇ ਨੇ ਵੀ ਤੁਹਾਨੂੰ ਲਿਜਾਣੀ ਜ਼ਰੂਰੀ ਹੁੰਦੀ ਹੈ। ਅਤੇ ਇਹ ਸਾਰੀਆਂ ਚੀਜ਼ਾਂ ਦੀ ਬੇਸਿਕ ਦੇ ਜਿਹੜੇ ਬੇਸਿਕ ਕੁਐਸਚਨਸ ਹੁੰਦੇ ਨੇ ਉਹਦੀ ਕ੍ਰੋਸ ਕੁਐਸਚਨਿੰਗ ਵਗੈਰਾ ਕਰਦੇ ਨੇ ਸਭ ਤੋਂ ਪਹਿਲਾਂ। ਫਿਰ ਉਸ ਤੋਂ ਬਾਅਦ ਆ ਜਾਂਦਾ ਜੀ ਵੀ ਵਾਈ ਡੂ ਯੂ ਵਾਂਟ ਟੂ ਸਟੱਡੀ ਇਨ USA, ਵੀ ਤੁਸੀਂ USA ਹੀ ਕਿਉਂ ਪੜ੍ਹਨਾ ਚਾਹੁੰਦੇ ਹੋ, ਹੋਰ ਕਿਸੇ ਕੰਟਰੀ 'ਚ ਕਿਉਂ ਨਾ ਪੜ੍ਹਨਾ ਚਾਹੁੰਦੇ ਅਤੇ ਇੰਡੀਆ 'ਚ ਕਿਉਂ ਨਹੀਂ ਪੜ੍ਹਨਾ ਚਾਹੁੰਦੇ। ਤੁਸੀਂ ਉਹਦੇ ਵਾਸਤੇ ਕਹਿ ਸਕਦੇ ਹੋ ਵੀ USA ਇੱਕ ਵੀ ਬੈਸਟ ਕੰਟਰੀ ਹੈ ਐਜੂਕੇਸ਼ਨ ਵਾਸਤੇ ਵੀ, ਬੈਸਟ ਟੈਕਨੋਲੋਜੀ ਅਤੇ ਬੈਸਟ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਹੈ USA ਦੀ ਹੈ, ਵਰਲਡ ਰਿਕੋਗਨਾਈਜ਼ ਅਤੇ ਰਿਨੋਡ ਕੁਆਲੀਫਿਕੇਸ਼ਨ ਹੈਗੀ ਹੈ ਅਤੇ ਕੁਆਲਿਟੀ ਆਫ ਐਜੂਕੇਸ਼ਨ ਹੈ USA ਦੀ। ਅਤੇ ਇਹ ਪੜ੍ਹਨ ਤੋਂ ਬਾਅਦ ਵੀ ਮੈਨੂੰ ਇੱਕ ਇੰਡੀਆ 'ਚ ਜਦ ਮੈਂ ਵਾਪਸ ਜਾਊਂਗਾ ਤਾਂ ਮੈਨੂੰ ਬਹੁਤ ਵਧੀਆ ਕੰਪਨੀਜ਼ ਦੇ ਵਿੱਚ ਜੋਬ ਮਿਲ ਜਾਏਗੀ, ਮੈਨੂੰ ਪ੍ਰੈਫਰੈਂਸ ਮਿਲੇਗੀ ਜੋਬ 'ਤੇ। ਅਤੇ ਖਾਸ ਕਰ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਅਮੈਰੀਕਨ ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਇੰਡੀਆ 'ਚ ਆਫਿਸਿਸ ਹੁੰਦੇ ਉਹ ਵੀ ਪ੍ਰੈਫਰ ਕਰਦੀਆਂ ਵੀ ਅਮੈਰੀਕਨ ਪੜ੍ਹੇ ਹੋਏ ਬੱਚਿਆਂ ਦੀ। ਅਤੇ ਇਹ ਚੀਜ਼ ਤੁਸੀਂ ਕਹਿ ਸਕਦੇ ਹੋ ਵੀ ਅਗਰ ਮੈਂ ਸੇਮ ਪੜ੍ਹਾਈ ਇੰਡੀਆ 'ਚ ਕਰਦਾ ਤਾਂ ਮੇਰੀ ਸੈਲਰੀ ਜਿਹੜੀ ਹੈ 15 ਤੋਂ 20 ਹਜ਼ਾਰ 25 ਹਜ਼ਾਰ ਤੋਂ ਵੱਧ ਨਹੀਂ ਮਿਲੇਗੀ। ਅਤੇ ਬਟ ਇਹੀ ਪੜ੍ਹਾਈ ਅਗਰ ਮੈਂ ਵੀ US ਯੂਨੀਵਰਸਿਟੀ 'ਚ ਪੜ੍ਹ ਕੇ ਆਉਂਦਾ ਤਾਂ ਮੇਰੀ ਸੈਲਰੀ ਜਿਹੜੀ ਹੈ 75-80 ਹਜ਼ਾਰ ਤੋਂ ਲੈ ਕੇ ਲੱਖ ਸਵਾ ਲੱਖ ਤੱਕ ਵੀ ਹੋ ਸਕਦੀ ਹੈ, ਜੋ ਕਿ ਆਮ ਗੱਲ ਹੈ, ਜੋ ਕਿ ਆਰਾਮ ਨਾਲ ਮਿਲ ਵੀ ਜਾਂਦੀ ਹੈ ਬੱਚਿਆਂ ਨੂੰ। ਫਿਰ ਆ ਜਾਂਦਾ ਜੀ ਸੈਕਿੰਡ ਕੁਐਸਚਨ ਵੀ ਵਾਈ ਦਿਸ ਯੂਨੀਵਰਸਿਟੀ, ਵੀ ਇਹ ਯੂਨੀਵਰਸਿਟੀ ਵਿੱਚ ਹੀ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ। ਅਤੇ ਇਹਦੇ ਵਿੱਚ ਤੁਸੀਂ ਲਾਈਕ ਆਪਦਾ ਮੈਂਸ਼ਨ ਕਰਨਾ ਵੀ ਇਹ ਪਰਟੀਕੂਲਰ ਯੂਨੀਵਰਸਿਟੀ ਕਿਉਂ ਚੂਜ਼ ਕੀਤੀ ਤੁਸੀਂ, ਵੀ ਉਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਇਹ ਯੂਨੀਵਰਸਿਟੀ ਜਿਹੜੀ ਹੈਗੀ ਹੈ ਵਧੀਆ ਲੋਕੇਸ਼ਨ ਦੇ ਵਿੱਚ ਹੈਗੀ ਹੈ, ਇੱਕ ਇਹਦੀ ਜਿਹੜੀ ਰੈਪੂਟੇਸ਼ਨ ਬਹੁਤ ਹਾਈ ਹੈ, ਇਹਦੇ ਵਿੱਚ ਇੰਨੇ ਬੱਚੇ ਪੜ੍ਹਦੇ ਨੇ, ਇਹ ਫੈਸਿਲਿਟੀਜ਼ ਹੈ ਯੂਨੀਵਰਸਿਟੀਜ਼ ਦੀ। ਨਾਲ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਕੁਝ ਹੋਰ ਯੂਨੀਵਰਸਿਟੀਆਂ ਦੇ ਤੁਸੀਂ ਨਾਮ ਲੈ ਸਕਦੇ ਹੋ ਜਿਹਦੇ ਤੁਸੀਂ ਕਹਿ ਸਕਦੇ ਹੋ ਵੀ ਮੇਰੀ ਐਡਮਿਸ਼ਨ ਉੱਥੋਂ ਵੀ ਆ ਗਈ ਸੀਗੀ ਬਟ ਇਹ 3 ਐਡਮਿਸ਼ਨਾਂ ਆ ਗਈਆਂ ਸੀ ਬਟ ਉਹਦੇ ਵਿੱਚੋਂ ਮੈंने ਇਹ ਚੂਜ਼ ਕੀਤਾ, ਅਤੇ ਇਹ ਵੀ ਇੱਕ ਤੁਹਾਡੇ ਕੇਸ ਨੂੰ ਬੈਨੀਫਿਟ ਕਰਦੀ ਹੈ। ਪਲੱਸ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਇਹ ਜਿਹੜੀ ਬਾਕੀ ਯੂਨੀਵਰਸਿਟੀਆਂ ਜਿਹੜੇ ਤੁਸੀਂ ਆਪਟ ਕੀਤੀਆਂ, ਤੁਸੀਂ ਉਹਨਾਂ ਬਾਰੇ ਰਿਸਰਚ ਕੀਤੀ ਵੀ ਉਹਨਾਂ ਨੂੰ ਕਿਉਂ ਨਹੀਂ ਚੂਜ਼ ਕੀਤਾ, ਵੀ ਤੁਸੀਂ ਲੋਕੇਸ਼ਨ ਨਹੀਂ ਤੁਹਾਨੂੰ ਪਸੰਦ ਸੀਗੀ ਜਾਂ ਉਹਨਾਂ ਦੇ ਕੋਈ ਫੈਸਿਲਿਟੀ ਪਸੰਦ ਨਹੀਂ ਸੀ ਜਾਂ ਫੀਸ ਸਟਰਕਚਰ ਜ਼ਿਆਦਾ ਸੀਗਾ ਜਾਂ ਕੋਈ ਹੋਰ ਤੁਹਾਨੂੰ ਲੱਗਿਆ ਵੀ ਸਟੂਡੈਂਟ ਮਿਕਸ ਇੰਟਰਨੈਸ਼ਨਲ ਸਟੂਡੈਂਟ ਘੱਟ ਵੱਧ ਸੀਗੇ ਜਾਂ ਕਿਆ ਸੀਗਾ, ਵੀ ਤੁਸੀਂ ਉਹਦੇ ਬਾਰੇ ਮੈਂਸ਼ਨ ਕਰ ਸਕਦੇ ਹੋ। ਫਿਰ ਤੀਸਰਾ ਜਿਹੜਾ ਪੁਆਇੰਟ ਜਿਹੜਾ ਇਹਦੇ ਵਿੱਚ ਆਉਂਦਾ ਵੀ ਵਾਈ ਡੂ ਯੂ ਵਾਂਟ ਟੂ ਦਿਸ ਕੋਰਸ, ਵੀ ਇਹ ਕੋਰਸ ਤੁਸੀਂ ਪਰਟੀਕੂਲਰਲੀ ਕਰਨਾ ਕਿਵੇਂ ਹੈ। ਫੋਰ ਐਗਜ਼ਾਮਪਲ ਕਿਸੇ ਨੇ BBA ਕੀਤੀ ਹੈ ਅਤੇ ਉਹ MBA ਵਾਸਤੇ ਅੱਗੇ ਜਾ ਰਿਹਾ ਬੱਚਾ, ਜਾਂ BCom ਕੀਤੀ ਹੈ MBA ਵਾਸਤੇ ਜਾ ਰਿਹਾ ਬੱਚਾ, ਅਤੇ ਉਹ ਕਹਿ ਸਕਦਾ ਵੀ MBA ਜਿਹੜਾ ਹੈਗਾ ਕੋਰਸ ਮੇਰੀ ਪੜ੍ਹਾਈ ਦੇ ਨਾਲ ਪਿਛਲੀ ਪੜ੍ਹਾਈ ਨਾਲ ਰੈਲੇਵੈਂਟ ਹੈਗਾ। ਇਹ ਕੋਰਸ ਜਿਹੜਾ ਹੈਗਾ ਮੇਬੀ ਮੈਂ ਇਹਦੇ 'ਚ ਸ਼ੁਰੂ ਤੋਂ ਮੇਰਾ ਇੰਟਰਸਟ ਸੀਗਾ ਵੀ ਮੈਨੇਜਮੈਂਟ ਐਜੂਕੇਸ਼ਨ, ਤਾਂ ਹੀ ਮੈਂ BCom ਜਾਂ BBA ਦਿੱਤੀ, ਤਾਂ ਮੈਂ ਹੁਣ MBA ਅੱਗੇ ਕਰਨਾ ਚਾਹੁੰਦਾ। MBA US ਤੋਂ ਕਰਨ ਤੋਂ ਬਾਅਦ ਵੀ ਮੈਨੂੰ ਇੰਡੀਆ 'ਚ ਬਹੁਤ ਵਧੀਆ ਕੰਪਨੀਜ਼ ਦੇ ਵਿੱਚ ਇੱਕ ਮੈਨੇਜਮੈਂਟ ਜੋਬ ਅਤੇ ਜਾਂ ਫਿਰ ਵੀ ਜੂਨੀਅਰ ਮੈਨੇਜਮੈਂਟ ਦੀਆਂ ਜੋਬ ਜਿਹੜੀਆਂ ਮਿਲ ਸਕਦੀਆਂ। ਅਤੇ ਮੇਰਾ USA 'ਚ ਪੜ੍ਹ ਕੇ ਯੂਨੀਵਰਸਿਟੀ 'ਚ ਪਰਟੀਕੂਲਰ ਪੜ੍ਹ ਕੇ ਵੀ ਇੱਕ ਐਕਸਪੋਜਰ ਬਹੁਤ ਵਧੀਆ ਮਿਲ ਜਾਏਗਾ ਮੈਨੂੰ ਐਟੀਕੇਟਸ ਬੈਟਰ ਹੋ ਜਾਣਗੇ, ਮੇਰਾ ਕਮਿਊਨੀਕੇਸ਼ਨ ਸਕਿੱਲ ਬੈਟਰ ਹੋ ਜਾਏਗਾ, ਮੇਰਾ ਕੰਪਿਊਟਰ ਲਿਟਰੇਸੀ ਬੈਟਰ ਹੋ ਜਾਂਦੀ ਹੈ, ਅਤੇ ਮੈਨੂੰ ਇੱਕ ਜਿਵੇਂ ਕੇਸ ਸਟੱਡੀ ਬੇਸਡ ਪੜ੍ਹਾਈ ਦਿੱਤੀ ਜਾਏਗੀ ਇਸ ਯੂਨੀਵਰਸਿਟੀ ਦੇ ਵਿੱਚ, ਜੋ ਕਿ ਮੈਨੂੰ ਆਣ ਕੇ ਅੱਗੇ ਇੰਡੀਆ 'ਚ ਆ ਕੇ ਬੈਨੀਫਿਟ ਮਿਲੇਗਾ। ਅਤੇ ਵੀ ਇੰਡੀਆ 'ਚ ਕਹਿ ਸਕਦੇ ਹਾਂ ਵੀ ਸਿਰਫ MBA ਜਿੰਨੇ ਵੀ ਬੱਚੇ ਪੜ੍ਹਦੇ ਨੇ ਉਹਦੇ ਵਿੱਚੋਂ 5% ਤੋਂ ਵੀ ਘੱਟ ਬੱਚਿਆਂ ਨੂੰ ਵੀ ਪ੍ਰੋਪਰ ਮੈਨੇਜਮੈਂਟ ਦੀਆਂ ਜੋਬ ਮਿਲਦੀਆਂ, ਅਤੇ 95% ਤੋਂ ਜ਼ਿਆਦਾ ਬੱਚੇ ਐਸੇ ਨੇ ਜਿਨ੍ਹਾਂ ਨੂੰ ਮੈਨੇਜਮੈਂਟ ਦੇ ਵਧੀਆ ਜੋਬਸ ਮਿਲਦੀਆਂ ਹੀ ਨਹੀਂ ਹੈਗੀਆਂ MBA ਤੋਂ ਬਾਅਦ, ਜੋ ਕਿ ਅਗਰ ਮੈਂ USA 'ਚ ਪੜ੍ਹਦਾ ਹਾਂ ਅਤੇ MBA ਉੱਥੇ ਕਰਦਾ ਅਤੇ ਮੈਨੂੰ ਇੱਕ ਕੁਆਲਿਟੀ ਆਫ ਐਜੂਕੇਸ਼ਨ ਬੈਟਰ ਮਿਲੇਗੀ। ਸੇਮ ਡਿਊਰੇਸ਼ਨ ਹੈ 2 ਸਾਲ ਦੀ, ਇੰਡੀਆ 'ਚ 2 ਸਾਲ ਦੀ ਉੱਥੇ ਹੈ, ਬਟ ਉੱਥੇ ਜਿਹੜੀ ਪੜ੍ਹਾਈ ਦੀ ਵੈਲਿਊ ਹੈਗੀ ਹੈ, ਜੋ ਐਜੂਕੇਸ਼ਨ ਹੈ, ਰਿਕੋਗਨਾਈਜੇਸ਼ਨ ਉਹ ਜ਼ਿਆਦਾ ਬੈਟਰ ਹੈਗੀ ਹੈ, ਅਤੇ ਪੜ੍ਹਾਈ ਜਿਹੜੀ ਮੇਰੀ ਪੁਰਾਣੀ ਪੜ੍ਹਾਈ ਨਾਲ ਰੈਲੇਵੈਂਟ ਬਣਦੀ ਹੈ, ਅਤੇ ਮੇਰੇ ਕਰੀਅਰ ਗੋਲਸ ਜੋ ਕਿ ਮੈਂ ਇੱਕ ਮੈਨੇਜਮੈਂਟ ਲੈਵਲ 'ਤੇ ਕੰਮ ਕਰਨਾ ਚਾਹੁੰਦਾ ਅਤੇ ਉਸ ਨੂੰ ਇਹ ਸਾਕਾਰ ਕਰ ਸਕਦੀ ਹੈ ਵੀ MBA ਦੀ ਐਜੂਕੇਸ਼ਨ। ਫਿਰ ਆ ਜਾਂਦਾ ਜੀ ਵੀ ਅਕਮੋਡੇਸ਼ਨ ਦਾ ਤੁਹਾਡਾ ਕੀ ਅਰੇਂਜਮੈਂਟ ਹੈ, ਵੀ ਤੁਸੀਂ ਉੱਥੇ ਰਹੋਗੇ ਜਾਓਗੇ ਕਿੱਥੇ ਰਹੋਗੇ। ਫਿਰ ਇਹਦੀ ਤੁਸੀਂ ਕਹਿ ਸਕਦੇ ਹੋ ਵੀ ਯੂਨੀਵਰਸਿਟੀ ਜਿਹੜੀ ਹੈ ਹੋਸਟਲਸ ਪ੍ਰੋਵਾਈਡ ਕਰਦੀ ਹੈ, ਮੈਂ ਉਹਦੇ ਵਿੱਚ ਰਹਿ ਸਕਦਾ ਹਾਂ, ਜਾਂ ਤੁਸੀਂ ਆਸ-ਪਾਸ 2-3 ਹੋਸਟਲਸ ਦਾ ਕੋਈ ਨਾਮ ਰੱਟ ਕੇ ਜਾਣਾ ਹੈ ਆਪਦਾ, ਅਤੇ ਇਹ ਪੜ੍ਹ ਕੇ ਜਾਣਾ ਵੀ ਕਿੰਨੇ ਉਹਨਾਂ ਦਾ ਪਰ ਵੀਕ ਦਾ ਖਰਚਾ ਆਉਂਦਾ ਹੈ। ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਜਦ ਵੀ ਉੱਥੇ ਦੱਸਦੇ ਹੋ ਵੀ ਮੈਂ ਠੀਕ ਹੈ ਜੀ ਇਹ ਯੂਨੀਵਰਸਿਟੀ ਹੈਗੀ ਹੈ, ਯੂਨੀਵਰਸਿਟੀ ਦੇ ਨੇੜੇ ਮੈਨੂੰ ਇੱਕ ਹੋਸਟਲ ਮਿਲਦਾ ਜੋ ਕਿ 3 ਕਿਲੋਮੀਟਰ ਦੂਰ ਹੈ ਜਾਂ 2 ਕਿਲੋਮੀਟਰ ਦੂਰ ਹੈ, ਅਤੇ ਇਹਦੇ ਵਿੱਚ ਮੈਂ ਲਾਈਕ ਆਪਦਾ ਜਿਵੇਂ ਕਮਿਊਟ ਜਿਹੜਾ ਹੈਗਾ ਉਹ ਮੈਂ ਬਾਏ ਬੱਸ ਕਰ ਸਕਦਾ ਜਾਂ ਬਾਈ ਕੋਈ 2 ਵੀਲਰ ਵੀ ਕਰ ਸਕਦਾ ਜਾਂ ਮੈਂ ਕਾਰ ਵੀ ਲੈ ਸਕਦਾ ਉੱਥੇ। ਅਤੇ ਬਾਕੀ ਜਿਹੜਾ ਇੱਥੇ ਰਹਿਣ ਦਾ ਖਰਚਾ ਮੇਰਾ ਜਿਵੇਂ $100 ਪਰ ਵੀਕ ਆਏਗਾ, ਪਲੱਸ ਮੇਰਾ ਖਾਣ ਪੀਣ ਦਾ ਖਰਚਾ ਅਰਾਊਂਡ $30-40 ਆਏਗਾ, ਅਤੇ ਇਹ ਚੀਜ਼ ਦਾ ਮੈंने ਅਰੇਂਜਮੈਂਟ ਕੀਤਾ ਤਾਂ ਕਿ ਮੈਨੂੰ ਕੋਈ ਦਿੱਕਤ ਨਹੀਂ ਆਏਗੀ ਚੀਜ਼ ਦੀ। ਅਤੇ ਫਾਈਨੈਂਸ਼ੀਅਲ ਡਾਕੂਮੈਂਟਸ ਵਾਸਤੇ ਸਾਨੂੰ ਪੁੱਛਿਆ ਜਾ ਸਕਦਾ ਵੀ ਕੈਨ ਆਈ ਸੀ ਯੋਰ ਫਾਈਨੈਂਸ਼ੀਅਲ ਡਾਕੂਮੈਂਟਸ, ਅਤੇ ਵੀ ਕੌਣ ਸਪੋਂਸਰ ਤੁਹਾਨੂੰ ਕਰ ਰਿਹਾ ਹੈਗਾ, ਅਤੇ ਅਗਰ ਤੁਹਾਡੇ ਪੇਰੈਂਟਸ ਕਰ ਰਹੇ ਸਪੋਂਸਰ ਅਤੇ ਉਹ ਤੁਹਾਨੂੰ ਤੁਸੀਂ ਦੱਸਣਾ ਹੈ, ਅਗਰ ਤੁਹਾਡੇ
ਕੋਈ ਰਿਲੇਟਿਵ ਜਾਂ ਫਰੈਂਡ ਸਰਕਲ 'ਚ ਸਪੋਂਸਰ ਕਰ ਰਿਹਾ ਤੁਸੀਂ ਉਹ ਦੱਸਣਾ ਹੈ, ਤੇ ਉਹਦੇ ਜਿਹੜੇ ਡਾਕੂਮੈਂਟਸ ਹੈ ਪ੍ਰੂਫ ਹੈ ਤੁਸੀਂ ਨਾਲ ਆਫਰ ਕਰਨੇ ਆ ਉਹਨਾਂ ਨੂੰ ਵੀ ਇਹ ਮੇਰੇ ਕੋਲ ਡਾਕੂਮੈਂਟਸ ਹੈਗੇ ਨੇ। ਵੀਜ਼ਾ ਅਫਸਰ ਦੇਖੇ ਨਾ ਦੇਖੇ ਕੋਈ ਜ਼ਰੂਰੀ ਨਹੀਂ ਹੈਗਾ, ਕੋਈ ਵੀ ਡਾਕੂਮੈਂਟੇਸ਼ਨ ਤੁਹਾਡਾ ਅਕੈਡਮਿਕ ਤੋਂ ਲੈ ਕੇ ਜਾਂ ਕਿਸੇ ਚੀਜ਼ ਤੋਂ ਵੀ ਲੈ ਕੇ ਵੀ ਉਹਨਾਂ ਕੋਲ ਇੱਕ ਕਾਪੀ ਸਾਰੀ ਹੁੰਦੀ ਹੈ, ਬਟ ਕੋਈ ਜ਼ਰੂਰੀ ਨਹੀਂ ਹੈ ਵੀ ਤੁਹਾਡੇ ਤੋਂ ਮੰਗੇ ਜਾਂ ਤੁਹਾਡੇ ਤੋਂ ਬਾਈ ਹੈਂਡ ਜਾਏ। ਤੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਜਦ ਤੁਸੀਂ ਕੌਨਫੀਡੈਂਟ ਦੀ ਇੱਕ ਜਵਾਬ ਦਿੰਦੇ ਹੋ ਵੀ ਮੈਂ USA ਕਿਉਂ ਪੜ੍ਹਨਾ ਹੈ, ਇਸ ਯੂਨੀਵਰਸਿਟੀ 'ਚ ਕਿਉਂ ਪੜ੍ਹਨਾ ਹੈ, ਇਹ ਕੋਰਸ ਕਿਉਂ ਕਰਨਾ ਹੈ, ਮੇਰੀ ਅਕੋਮੋਡੇਸ਼ਨ ਅਰੇਂਜਮੈਂਟ ਕੌਣ ਕੀ ਕਰ ਰਿਹਾ, ਮੇਰੇ ਸਪੋਂਸਰਸ਼ਿਪ ਕੀ ਹੈ, ਤੇ ਮੇਰੀ ਫੈਮਿਲੀ ਬੈਕਗਰਾਉਂਡ ਕੀ ਹੈ, ਤੇ ਮੇਰੇ ਅਫੋਰਡੇਬਿਲਿਟੀ ਆਫ ਐਜੂਕੇਸ਼ਨ ਕੀ ਹੈ ਮੇਰੇ ਪੇਰੈਂਟਸ ਦੀ, ਜਦ ਇਹ ਸਾਰਾ ਕੁਝ ਜਵਾਬ ਦਿੰਦੇ ਹੋ ਤੇ ਉਹਨਾਂ ਨੂੰ ਪਤਾ ਹੈ ਵੀ ਬੱਚਾ ਨੇ ਰਿਸਰਚ ਕੀਤੀ ਹੋਈ ਹੈ, ਬੱਚੇ ਨੂੰ ਨੌਲੇਜ ਹੈ, ਬੱਚੇ ਨੂੰ ਸਾਰੀ ਚੀਜ਼ਾਂ ਦਾ ਪਤਾ ਹੈ ਵੀ ਕਿਹੜੀ ਯੂਨੀਵਰਸਿਟੀ, ਕਿਹੜੀ ਲੋਕੇਸ਼ਨ ਹੈ, ਕਿੰਨਾ ਵੱਡਾ ਕੈਂਪਸ ਹੈ, ਕਿੰਨੇ ਕੁ ਬੱਚੇ ਪੜ੍ਹਦੇ ਨੇ, ਕੀ ਫੀਸ ਸਟਰਕਚਰ ਹੈ, ਵੀ ਸਾਰਾ ਕੁਝ ਬੱਚੇ ਨੂੰ ਅਵੇਅਰ ਹੈ ਉਸ ਚੀਜ਼ ਤੋਂ। ਤੇ ਉਹੀ ਇਹ ਦੇਖਣਾ ਚਾਹੁੰਦੇ ਨੇ ਵੀ ਜ਼ਿਆਦਾਤਰ ਬੱਚੇ ਕੀ ਹੁੰਦੇ ਨੇ ਉੱਥੇ ਇੰਟਰਵਿਊ ਬਿਨਾਂ ਪ੍ਰੀਪਰੇਸ਼ਨ ਦੇ ਪਹੁੰਚ ਜਾਂਦੇ ਨੇ, ਫਿਰ ਜਾ ਕੇ ਪੁੱਛਿਆ ਜਾਂਦਾ ਵੀ ਵਾਈ ਡੂ ਯੂ ਵਾਂਟ ਟੂ ਸਟੱਡੀ USA, ਜਵਾਬ ਕੀ ਹੁੰਦਾ ਇਟ ਇਜ਼ ਅ ਬਿਊਟੀਫੁਲ ਕੰਟਰੀ, ਇਟ ਇਜ਼ ਅ ਵੈਰੀ ਨਾਈਸ ਕੰਟਰੀ, ਦੇयर इज़ लॉट ऑफ स्कोप देयर, ये वो ਇਹੋ ਜਿਹੇ ਜਵਾਬ ਦੇ ਕੇ ਆ ਜਾਂਦੇ ਨੇ, ਫਿਰ ਉਹਨਾਂ ਨੂੰ ਕਿਆ ਵੀਜ਼ਾ ਮਿਲਣਾ ਤੁਸੀਂ ਆਪ ਐਕਸਪੈਕਟ ਕਰ ਸਕਦੇ ਹੋ। ਤੇ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਰੱਖੋ। ਤੁਸੀਂ ਅਗਰ ਬਾਈ ਚਾਂਸ ਵੀ ਕਿਸੇ ਵੀ ਚੀਜ਼ ਦੀ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਸਾਡੀ ਕੰਪਨੀ ਨੂੰ ਕੰਟੈਕਟ ਕਰ ਸਕਦੇ ਹੋ। USA ਦਾ ਵੀਜ਼ਾ ਦਾ ਹੁੰਦਾ ਹੈ ਸਟੂਡੈਂਟ ਵੀਜ਼ਾ ਨੂੰ ਕਹਿੰਦੇ ਨੇ, F1 ਕੈਟਾਗਰੀ ਦਾ ਵੀਜ਼ਾ ਹੁੰਦਾ ਹੈ, ਤੇ ਸਪਾਊਸ ਜਿਹੜਾ ਹੁੰਦਾ ਉਹ F2 ਕੈਟਾਗਰੀ 'ਚ ਵੀਜ਼ਾ ਦੇ ਵਿੱਚ ਅਪਲਾਈ ਹੁੰਦਾ ਹੈ। ਬਾਕੀ ਅਗਰ ਤੁਸੀਂ USA ਦਾ ਸਟੂਡੈਂਟ ਜਾਂ ਸਪਾਊਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ F1 ਜਾਂ F2 ਕੈਟਾਗਰੀ ਦਾ, ਤਾਂ ਸਾਡੀ ਕੰਪਨੀ ਨੂੰ ਕੰਟੈਕਟ ਕਰ ਸਕਦੇ ਹੋ। ਸਾਡੇ ਆਫਿਸਿਸ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਕੁਰੂਕਸ਼ੇਤਰ ਨੇ। ਤੇ ਤੁਸੀਂ ਨੀਚੇ ਦਿੱਤੇ ਹੋਏ ਨੰਬਰ ਤੇ ਆਪਣੇ ਡਾਕੂਮੈਂਟਸ ਅਸੈਸਮੈਂਟ ਵਾਸਤੇ WhatsApp ਵੀ ਕਰ ਸਕਦੇ ਹੋ, ਤੇ ਬਥੇਰੀ ਜਾਣਕਾਰੀ ਵਾਸਤੇ ਤੁਸੀਂ ਨੀਚੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਆਪਣਾ ਕੇਸ ਡਿਸਕਸ ਵੀ ਕਰ ਸਕਦੇ ਹੋ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।